रहमान रहीम अस्सलाम वालेकुम नाइब्रोज टीवी मुबारक जी ਤੁਹਾਡੀ ਖidmat ਚ ਹਾਜ਼ਰ ਹੈ ਨਾਜ਼ਰੀਨ ਅੱਜ ਵੀ ਚੱਲਾਂਗੇ ਜਰਮਨੀ ਹੈਮਬਰਗ ਹਾਰਬਰ ਉੱਥੇ ਸਾਡੇ ਨਾਲ ਮਹਿਦੀ ਖਾਨ ਸਾਹਿਬ ਨੇ ਉਹਨਾਂ ਨਾਲ ਤੇ ਗੱਪਸ਼ਪ ਹੋਏਗੀ ਨਾਲ ਉਹਨਾਂ ਨੂੰ ਪੁੱਛਾਂਗੇ ਅੱਜ ਕੱਲ੍ਹ ਕੀ ਚੱਲ ਰਿਹਾ ਪ੍ਰੋਪਰਟੀ ਦਾ ਜਰਮਨੀ ਦੇ ਕੀ ਹਾਲਾਤ ਚੱਲ ਰਹੇ ਨੇ ਔਰ ਬੜੇ ਹੀ ਪਿਆਰੇ ਦੋਸਤ ਨੇ ਕਾਫੀ ਤਜਰਬਾ ਰੱਖਦੇ ਨੇ और माशाल्लाह जबरदस्त बिजनेसमैन और कामयाब बिजनेसमैन ने क्योंकि एक तो सिर्फ बंदा होंदा बिजनेसमैन एक कामयाब बिजनेसमैन ते उन्हां नूं पुछनी है कि कामयाबी का राज भी की है तेरे अपना की हालात चल रहे प्रॉपर्टी दे। अस्सलाम वालेकुम सर जी वालेकुम अस्सलाम मुबारक साहब क्या हाल है। हाँ जी ठीक ठाक बहुत शुक्रिया सर तुसीं नाइन ब्रदर्स टीवी नूं टाइम दिता। सुनाओ अपना कैसा गुजर रहा रमजान पहले तो मैं अल्हम्दुलिल्लाह रमजान माशाल्लाह बहुत अच्छा गुजर रहा है। अच्छा मौसम बड़ा ठंडा है तुम पता है अंबर का अच्छा अच्छा माशाल्लाह रमजान माशाल्लाह अल्लाह के फजल नाल बहुत अच्छा गुजर रहा है। दूसरा जमाती तौर पर सारा अरेंजमेंट मौजूद है कि तलीमुल कुरान क्लास ਜਿਹੜੀ ਨੇ टीवी ਦੇ ਉੱਤੇ हैंडी ਦੇ ਉੱਤੇ ਜਿਹੜਾ ਉਹਨਾਂ ਦਾ सिस्टम है सब कुछ ऑनलाइन चल और लाइव भी है और दरअसल कुरान और सारा कुछ हो रहा है जबरदस्त। अच्छा खान साहब कोरोना वायरस ने लोगों ने जिथे परेशान किया उत्थे की हालात चल रहे मैं क्या ਜਿਹੜੇ लोग मकान शकान खरीद रहे ने या ਜਿਹੜੇ ਵੇਚ ਰਹੇ ਨੇ ਉਹਨਾਂ ਦੇ ਬਾਰੇ ਚ ਮੈਂ ਕਿਹਾ ਤੁਹਾਨੂੰ ਥੋੜਾ ਜਿਹਾ ਪੁੱਛਨੇ ਆ ਲੇਕਿਨ ਉਸ ਤੋਂ ਪਹਿਲੇ ਜਰਾ ਤੁਹਾਡਾ ਤਾਰਫ ਜ਼ਰਾ ਕਰਾ ਦਈਏ ਇਹ ਜੀ ਮੈਂ ਕਿਹਾ ਤੁਸੀਂ ਆਪ ਹੀ ਕਰਾ ਦਿਓ ਬਿਹਤਰ ਹੈ ਹੀ ਹੈ। ਨਹੀਂ ਤੁਸੀਂ ਕਰਾ ਦਿਓ ਬੇਸ਼ੱਕ ਤੁਹਾਨੂੰ ਪਤਾ ਸਾਰਾ। ਮੈਂ ਜੀ 1984 ਚ ਅੰਬਰਗ ਆਇਆ ਸੀ ਇੱਥੇ ਜੀ ਜੀ ਤੇ ਤਕਰੀਬਨ 36 ਸਾਲ ਹੋ ਗਏ ਜੇ। ਵੈਰੀ ਗੁੱਡ। ਤੇ ਖੋਖਰ ਗਰਮੀ ਪਹਿਲਾਂ ਤੇ ਪਹਿਲਾਂ ਨਾਰਮਲ ਕੰਮ ਸੀ ਪੀਜ਼ਾ ਸਰਵਿਸ ਦੁਕਾਨ ਦੇ। ਉਸ ਤੋਂ ਬਾਅਦ ਫਿਰ ਪ੍ਰਾਪਰਟੀ ਤੋਂ ਜਿਹੜਾ ਮੈਂ 98 ਦੇ ਵਿੱਚ ਜਿਹੜਾ ਸ਼ੁਰੂ ਕੀਤਾ ਜੀ ਜੀ ਤਕਰੀਬਨ 22 ਸਾਲ ਹੋ ਗਏ ਜੇ ਮਾਸ਼ਾਅੱਲਾ। ਅੱਲਾਹ ਦੇ ਫਜ਼ਲ ਨਾਲ ਬਹੁਤ ਅੱਛਾ ਕੰਮ ਜ਼ਬਰਦस्त। ਤੇ ਪਾਕਿਸਤਾਨ ਖੋਖਰ ਗਰਮੀ ਜੀ ਪਾਕਿਸਤਾਨ ਖੋਖਰ ਗਰਮੀ ਗੁਜਰਾਤ हाँ जी लो जी ये अपना खोखर गर्मी तो ने ते खान साहब ये दसो कि अपना की चल रहा अजकल इत्थे हालात लोग मकान शकान ਜਿਹੜੇ ਸਾਡੇ खरीद रहे ने या की स्टॉप हो गया सब कुछ ਇਸ ਵੇਲੇ ਤੇ ਨਾਰਮਲੀ ਅਗਰ ਦੇਖਿਆ ਜਾਏ ਤੇ ਤਕਰੀਬਨ ਸਟਾਪ ਹੈ ਕਿਉਂਕਿ ਮੇਰਾ ਵੀ ਇੱਕ ਪ੍ਰੋਜੈਕਟ ਦਾ ਚੱਲ ਰਿਹਾ ਸੀ ਕੰਮ ਕਾਫੀ ਬੜਾ ਜੀ ਜੀ ਤੇ ਉਹਦਾ ਇਹ ਵੇ ਕਿ ਕਿਉਂਕਿ ਜਿਹੜਾ ਇਤਨਾ ਵੱਡੀ ਐਪੀਡੈਮਿਕ ਹੋਈ ਹੈ ਜੀ ਜੀ ਇਸ ਵਾਸਤੇ ਪ੍ਰਾਈਸ ਦਾ ਕੁਝ ਵੀ ਨਹੀਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਥੱਲੇ ਜਾਂਦੀ ਹੈ ਉੱਤੇ ਜਾਂਦੀ ਹੈ ਜੀ ਜੀ ਉਸ ਵਜ੍ਹਾ ਦੇ ਨਾਲ ਹੈ ਕਿ ਅਕਸਰ ਜਿਹੜੇ ਨੇ ਉਹ ਇਨਸਾਨ ਜੀ ਜੀ ਵੇਕਸ਼ਾਫਟ ਨੂੰ ਤੁਹਾਨੂੰ ਪਤਾ ਹੈ ਕਾਫੀ ਨੁਕਸਾਨ ਹੋਇਆ ਕਾਫੀ। ਹਾਂ ਸਾਹਿਬ ਤੁਹਾਡੀ ਜਰਾ ਮੋਬਾਈਲ ਠੀਕ ਰੱਖੋ ਪਲੀਜ਼ ਆਵਾਜ਼ ਆ ਜਾ ਰਹੀ ਹੈ ਥੋੜਾ ਜਿਹਾ ਬਿਹਤਰ ਕਰ ਲਓ ਹਾਂਜੀ ਹੁਣ ਠੀਕ ਹੈ ਹਾਂਜੀ ਹੁਣ ਠੀਕ ਹੈ। ਅੱਛਾ ਕੀ ਦੱਸ ਰਹੇ ਸੀ ਤੁਸੀਂ ਜੀ ਮੈਂ ਕਿਹਾ ਕਿ ਹੁਣ ਫਿਲਹਾਲ ਤੇ ਬਿਲਕੁਲ ਰੂਹ ਹੈ ਜੇ ਕੋਈ ਨਹੀਂ ਕੰਮ ਕਾਜ ਇਸ ਵੇਲੇ ਜੀ ਤੇ ਇਹਦੇ ਵਾਸਤੇ ਜਿਹੜਾ ਸੀ ਪੈਡੈਮਿਕ ਦੇ ਵਾਸਤੇ ਇਹ ਵਬਾ ਦੀ ਵਜ੍ਹਾ ਨਾਲ ਸਾਰਾ ਕੁਝ ਬੰਦ ਪਿਆ ਸੀ। ਆਸਤਾ ਆਸਤਾ ਇਹ ਖੋਲ ਰਹੇ ਨੇ ਜੀ ਜੀ स्टोर भी खोलने ना शुरू कर देते ने और बारह लेके लोग ये भी डर रहे ने बाहर जान। अच्छा ये दसो कि ਜਿਹੜੇ ਲੋਕ ਪ੍ਰਾਪਰਟੀ ਵੇਚ ਰਹੇ ਸੀ ਉਹਨਾਂ ਨੇ ਵੀ ਸਟਾਪ ਕਰ ਦਿੱਤਾ। ਹਾਂ ਤਕਰੀਬਨ ਇਸ ਵੇਲੇ ਅਗਰ ਇੰਟਰਨੈਟ ਦੇਖਿਆ ਜਾਏ ਜੇ ਤੇ ਇਹਦੇ ਵਿੱਚ ਵੀ ਬਹੁਤ ਹੀ ਘੱਟ ਹੀ ਅੰਗੇ ਬੋਟ ਨੇ ਇਸ ਵੇਲੇ। ਅੱਛਾ ਘੱਟ ਆਫਰ ਆ ਰਹੀ ਹੈ ਘੱਟ ਆਫਰ ਆ ਰਹੀ ਹੈ ਬਿਲਕੁਲ ਹੀ ਘੱਟ ਆਫਰ ਆ ਰਹੀ ਹੈ ਇਸ ਵੇਲੇ ਠੀਕ। ਲੇਕਿਨ ਪ੍ਰਾਈਸਾਂ ਜਿਹੜੀਆਂ ਆ ਰਹੀਆਂ ਉਹ ਪਹਿਲੇ ਦੀ ਤਰ੍ਹਾਂ ਹੀ ਨੇ। ਲੇਕਿਨ ਤੁਹਾਡਾ ਵੈਸੇ ਕੀ ਤਜਰਬਾ ਕਹਿੰਦਾ ਕਿ ਹੁਣ ਕੀ ਕਰਨ ਲੋਕ ਜਿਨ੍ਹਾਂ ਨੇ ਮਕਾਨ ਸ਼ਕਾਨ ਲੈਣ ਦੀ ਪਲੈਨਿੰਗ ਕੀਤੀ ਦੀ ਸੀ ਉਹਨਾਂ ਲਈ ਕੀ ਤੁਸੀਂ ਮਸ਼ਵਰਾ ਦਿਓਗੇ? ਅਸੀਂ ਉਹਨਾਂ ਨੂੰ ਇਹ ਮਸ਼ਵਰਾ ਦੇਵਾਂਗੇ ਕਿ ਉਹ ਥੋੜਾ ਜਿਹਾ ਇੰਤਜ਼ਾਰ ਕਰਨ ਜੀ ਜੀ ਚੰਦ ਕੁ ਮਹੀਨੇ ਔਰ ਤੇ ਉਸ ਤੋਂ ਬਾਅਦ ਜਿਹੜਾ ਇਨਸ਼ਾਅੱਲਾ ਪਤਾ ਚੱਲ ਜਾਏਗਾ ਕਿ ਜਿਹੜਾ ਇਹ ਊਂਠ ਕਿਸ ਕਰਵਟ ਬੈਠਦਾ। ਲੇਕਿਨ ਤੁਹਾਡਾ ਤਜਰਬਾ ਵੈਸੇ ਕੀ ਕਹਿ ਰਿਹਾ ਕਿ ਅਗਰ ਕਰੋਨਾ ਵਾਇਰਸ ਦੇ ਨਾਲ ਜ਼ਿੰਦਾ ਤੇ ਰਹਿਣਾ ਹੀ ਪੈਣਾ ਵਾ ਕਿਉਂਕਿ ਖਬਰਾਂ ਸਾਡੇ ਕੋਲ ਜੀ ਮੇਰਾ ਉਹ ਇਹ ਵਾ ਕਿ ਏਡੀ ਛੇਤੀ ਜਾਨ ਨਹੀਂ ਛੁੱਟਣ ਵਾਲੀ ਦੇ ਕੋਲੋਂ ਨਾ ਜਿਹੜਾ ਨਾ ਉਹ ਨਗਰਾਇਸ਼ ਵਾਲੇ ਮਕਾਨ ਜਿਹੜੇ ਨੇ ਜੀ ਜੀ ਉਹਦਾ ਤੇ ਪ੍ਰਾਈਸ ਦੇ ਉੱਤੇ ਕੋਈ ਖਾਸ ਕੋਈ ਨਹੀਂ ਫਰਕ ਪਏਗਾ। ਠੀਕ। ਤੇ ਜਿਹੜਾ ਕਮਰਸ਼ੀਅਲ ਨੇ ਜਾਂ ਜਿਹਨੂੰ ਅਸੀਂ ਡਿਵੈਲਪਲਿਸ਼ ਕਹਿੰਦੇ ਆ ਉਮੀਦ ਹੈ ਕਿ ਥੋੜੀ ਉਹਨਾਂ ਦੀ ਪ੍ਰਾਈਸ ਕਰੇਗੀ। ਠੀਕ ਠੀਕ। ਅੱਛਾ ਦੂਸਰੇ ਜਿਹੜੇ ਮਕਾਨ ਵਗੈਰਾ ਲੋਕ ਪ੍ਰਾਈਵੇਟ ਲੈਂਦੇ ਨੇ ਉਹਦੇ ਉੱਤੇ ਇਹ ਫਰਕ ਕਿਉਂ ਨਹੀਂ ਪਏਗਾ ਤੁਹਾਡਾ ਇਸ ਬਾਰੇ ਚ ਕੀ ਵੈਸੇ ਥੋੜਾ ਵਾਜ਼ੇ ਕਰਕੇ ਪਲੀਜ਼ ਜ਼ਰਾ ਦੱਸੋ। ਕਿਉਂਕਿ ਜਰਮਨੀ ਦੇ ਵਿੱਚ ਅੰਬਰਗ ਦੇ ਵਿੱਚ ਖਾਸ ਕਰਕੇ ਅੰਬਰਗ ਜਰਮਨੀ ਦਾ ਸਭ ਤੋਂ ਖੂਬਸੂਰਤ ਔਰ ਸਭ ਤੋਂ ਅਮੀਰ ਤਰੀਨ ਸ਼ਹਿਰ ਹੈ। ਜੀ ਜੀ। ਔਰ ਇੱਥੇ ਬਾਹਰ ਚ ਦੁਨੀਆ ਬਹੁਤ ਜ਼ਿਆਦਾ ਆਈ ਹੈ।
ਠੀਕ, ਇਸ ਵੇਲੇ ਮਕਾਨ ਘੱਟ ਨੇ ਔਰ ਖਰੀਦਣ ਵਾਲੇ ਜ਼ਿਆਦਾ ਨੇ ਬੈਠੇ। ਬਿਲਕੁਲ ਦਰੁਸਤ। ਤੇ ਅਸੂਲ ਇਹ ਵੇ ਕਿ ਜੇ ਜ਼ਿਆਦਾ ਲੈਣ ਆਏ ਹੋਣਗੇ ਤੇ ਚੀਜ਼ ਘੱਟ ਤੇ ਉਹ ਮਹਿੰਗੀ ਮਿਲੇਗੀ, ਠੀਕ ਠੀਕ ਤੇ ਜੇ ਚੀਜ਼ ਜ਼ਿਆਦਾ ਹੋਵੇ ਲੈਣ ਵਾਲੇ ਥੋੜੇ ਹੋਣ ਤੇ ਉਹ ਸਸਤੀ ਮਿਲ ਜਾਏਗੀ। ਠੀਕ। ਲੇਕਿਨ ਬੈਂਕ ਵਗੈਰਾ ਦੂਸਰਾ ਵੱਡਾ ਜੀ ਦੂਸਰੀ ਵੱਡੀ ਇਹ ਵੇ ਕਿ ਇਸ ਦੇ ਸਿਨਜ਼ਨ ਦਾ ਜਿਹੜਾ ਇਹਨਾਂ ਦਾ ਸਿਸਟਮ ਉਹ ਬਿਲਕੁਲ ਹੀ ਥੱਲੇ ਵੇ, 1% ਤੋਂ ਹੀ ਥੱਲੇ ਵੇ। ਇੰਟਰਸਟ ਰੇਟ ਇੰਟਰਸਟ ਰੇਟ ਬਿਲਕੁਲ ਘੱਟ ਹੈ, 1% ਤੋਂ ਹੀ ਘੱਟ ਹੈ ਇਸ ਵੇਲੇ। ਜੀ ਉਸ ਉਹ ਵੀ ਕਾਫੀ ਵਜ੍ਹਾ ਹੈ ਕਿ ਜਿਹੜੀ ਪ੍ਰਾਈਸ ਜਿਹੜੀ ਹੈ ਗਿਰੇਗੀ ਨਹੀਂ। ਠੀਕ ਠੀਕ ਅਗਰ ਸਿਨਜ਼ਨ ਜਿਹੜੀ ਇਹਨਾਂ ਦਾ ਇੰਟਰਸਟ ਰੇਟ ਉਹ ਜ਼ਿਆਦਾ ਹੋਵੇ ਤੇ ਫਿਰ ਜਿਹੜਾ ਪ੍ਰਾਪਰਟੀ ਦੀ ਪ੍ਰਾਈਸ ਗਿਰਨ ਦੇ ਚਾਂਸਸ ਹੁੰਦੇ ਨੇ। ਠੀਕ। ਸਰੇ ਦਸਤ ਅਗਲੇ ਚੰਦ ਸਾਲ ਜਿਹੜਾ ਰਹਿائش ਵਾਲੇ ਮਕਾਨ ਨੇ 10 ਸਾਲ ਤੱਕ ਮੈਂ ਕਹਿ ਸਕਦਾ ਪ੍ਰਾਈਸ ਨਹੀਂ ਗਿਰੇਗੀ, ਪ੍ਰਾਈਸ बढ़ेगी। ਠੀਕ, ਜ਼ਬਰਦਸਤ ਮਸ਼ਵਰਾ ਹੈ ਵੀ ਤੁਹਾਡਾ ਕਿ ਥੋੜਾ ਇੰਤਜ਼ਾਰ ਕਰ ਲੈਣ ਲੋਕ ਦੇਖਣ। ਜੀ ਬਿਲਕੁਲ, ਮੇਰਾ ਇਹ ਮਸ਼ਵਰਾ ਕਿ ਇੰਤਜ਼ਾਰ ਕੀਤਾ ਜਾਏ ਔਰ ਦੋਸਤ ਜਿਹੜੇ ਨੇ ਮੇਰੇ ਨਾਲ ਜ਼ਾਤੀ ਤੌਰ ਤੇ ਵੀ ਜਿਸ ਵਕਤ ਚਾਹਣ ਰਾਬਤਾ ਕਰ ਸਕਦੇ ਨੇ। ਅਸੀਂ ਤੁਹਾਡਾ ਨੰਬਰ ਉੱਤੇ ਦੇ ਦਿਆਂਗੇ ਸਕਰੀਨ ਦੇ ਉੱਤੇ। ਜੀ ਮੇਰਾ ਨੰਬਰ ਤੁਸੀਂ ਦੇ ਦਿਓ। ਮੈਂ ਜਿਹੜਾ ਜਮਾਤੀ ਤੌਰ ਤੇ ਵੀ ਮੇਰੇ ਕੋਲ ਮੂਰੇ ਖਰਜਾ ਦਾ ਸ਼ੋਬਾ ਹੈ ਜੀ ਆਪਣੇ ਇਲਾਕੇ 'ਚ। ਅੱਛਾ, ਔਰ ਇਹ ਕਿ ਜਿਸ ਦੋਸਤ ਨੂੰ ਇੱਕ ਚੀਜ਼ ਦੱਸੋ, 22 ਸਾਲ ਦੇ ਵਿੱਚ ਤੁਸੀਂ ਮਾਸ਼ਾਅੱਲਾ ਤਰੱਕੀ ਕੀਤੀ। ਜਦੋਂ ਤੁਸੀਂ ਪਹਿਲੀ ਪ੍ਰਾਪਰਟੀ ਲਈ ਖਰੀਦੀ ਤੇ ਉਸ ਟਾਈਮ ਤੁਹਾਡੇ ਜ਼ਿਹਨ 'ਚ ਹੈ ਸੀ ਕਿ ਮਾਸ਼ਾਅੱਲਾ ਤੁਸੀਂ ਕਾਫੀ ਤਰੱਕੀ ਕਰੋਗੇ ਇਸ ਬਿਜ਼ਨਸ ਦੇ ਵਿੱਚ? ਨਹੀਂ ਜੀ, ਬਿਲਕੁਲ ਨਹੀਂ ਸੀ, ਬਿਲਕੁਲ ਨਹੀਂ ਸੀ। ਮੈਂ ਉਸ ਦਾ ਤਸੱਵਰ ਵੀ ਨਹੀਂ ਕਰ ਸਕਦਾ ਜਿਹੜੇ ਅੱਲਾਹ ਤਾਲਾ ਦੇ ਫਜ਼ਲ ਨੇ ਔਰ ਬੇਸ਼ੁਮਾਰ ਫਜ਼ਲ ਹੋ ਰਹੇ ਨੇ। ਲੇਕਿਨ ਜ਼ਿਹਨ ਕਿੰਜ ਗਿਆ ਤੁਹਾਡਾ ਪੀਜ਼ੇ ਦੇ ਉੱਤੇ ਇੱਕਦਮ ਪ੍ਰਾਪਰਟੀ ਵੱਲ ਜ਼ਿਹਨ ਕਿੰਜ ਗਿਆ? ਜ਼ਰਾ ਦੱਸੋ ਉਸ ਤਾਂ ਕਿ ਨਾਜ਼ਰੀਨ। ਪੀਜ਼ੇ ਤੋਂ ਪ੍ਰਾਪਰਟੀ ਵੱਲ ਜ਼ਿਹਨ ਇਸ ਤਰ੍ਹਾਂ ਗਿਆ ਕਿ ਮੈਂ ਪਹਿਲੇ ਆਪਣਾ ਮਕਾਨ ਦਾਤੀ ਖਰੀਦਿਆ ਸੀ। ਠੀਕ। ਤੇ ਉਸ ਤੋਂ ਬਾਅਦ ਫਿਰ ਇਹ ਕਿ ਮੈਂ ਵੈਸੇ ਹੀ ਥੋੜੀ ਜਿਹੀ ਇੰਟਰਸਟ ਹੈ ਸੀ ਪਹਿਲੇ ਹੀ ਜੀ ਕਿ ਇਹ ਜਿਹੜਾ ਦੂਸਰਾ ਏਰੀਆ ਜਿਹੜਾ, ਕਿਉਂਕਿ ਜਿਹੜਾ ਪੀਜ਼ੇ ਦਾ ਤੇ ਇਤਨਾ ਹੀ ਹੈ ਕਿ ਤੁਸੀਂ ਘਰ ਦਾ ਰੋਟੀ ਖਰਚ ਵਗੈਰਾ ਹੀ ਚਲਾ ਸਕਦੇ ਹੋ। ਜੀ ਬੜੀ ਬਚਤ ਜਿਹੜੀ ਹੈ ਉਹਦੇ ਵਿੱਚ ਚਾਂਸਸ ਨਹੀਂ। ਠੀਕ। ਤੇ ਪ੍ਰਾਪਰਟੀ ਦਾ ਇਹ ਵੇ ਕਿ ਇਹਦੇ ਵਿੱਚ ਇੱਕ ਰਿਸਕ ਤੋਂ ਤੇ ਇਲਾਵਾ ਕੋਈ ਚੀਜ਼ ਨਹੀਂ ਨਾ, ਰਿਸਕ ਬਹੁਤ ਵੱਡਾ ਸੀ। ਠੀਕ। ਜਦੋਂ ਸਟਾਰਟ ਕੀਤਾ ਮੈਂ ਜੀ ਤੇ ਫਿਰ ਆਸਤਾ ਆਸਤਾ, ਕਿਉਂਕਿ ਮੈਂ ਸਭ ਤੋਂ ਵੱਡਾ ਜਿਹੜਾ ਮੇਰੀ ਸਪੈਸ਼ਲਿਸਟ ਸੀ ਉਹ ਇਹ ਚੀਜ਼ ਸੀ ਕਿ ਨਿਲਾਮੀ ਦੇ ਵਿੱਚ ਮੈਂ ਅਈਏ ਤੱਕ ਕੰਮ ਜਿਹੜਾ ਬਿਜ਼ਨਸ ਕਰ ਰਿਹਾ। ਠੀਕ। ਜਿਹੜੀ ਜਾਇਦਾਦਾਂ ਨਿਲਾਮ ਹੁੰਦੀਆਂ ਨੇ ਜਾਂ ਦੂਸਰਾ ਸਿਸਟਮ ਇਹਨਾਂ ਦਾ ਮਕਾਨ ਜਾਂ ਕਮਰਸ਼ੀਅਲ ਜਗ੍ਹਾ ਹੁੰਦੀਆਂ ਨੇ ਜੀ ਜਿਹੜੀ ਅਦਾਲਤ ਦੇ ਥਰੂ ਹੁੰਦੇ ਨੇ ਜੀ, ਅਦਾਲਤ ਦੇ ਥਰੂ ਇਹ ਆਉਂਦੇ ਰਹਿੰਦੇ ਨੇ। ਠੀਕ ਹੈ ਜੀ ਤੇ ਉਹਦੇ ਸਾਰੇ ਪੇਪਰ ਵਗੈਰਾ ਮਿਲ ਜਾਂਦੇ ਨੇ ਤੇ ਉਹਦਾ ਜਿਹੜੀ ਹੈ ਉਹਨੂੰ ਜਰਮਨ ਚ ਗੁੱਡ ਆਫਟਰਨੂਨ ਕਹਿੰਦੇ ਨੇ। ਜੀ ਤੇ ਉਸ ਦਾ ਇਹ ਕਿ ਅਗਰ ਬੰਦੇ ਨੂੰ ਥੋੜਾ ਜਿਹਾ ਪਤਾ ਹੋਵੇ ਤੇ ਫਿਰ ਆਸਤਾ ਆਸਤਾ, ਕਿਉਂਕਿ ਬੰਦਾ ਪਹਿਲੇ ਦਿਨ ਤੇ ਕੋਈ ਵੀ ਸਿੱਖਿਆ ਨਹੀਂ ਆਉਂਦਾ ਨਾ। ਨਹੀਂ, ਇਹ ਤੇ ਬਿਲਕੁਲ ਸਿੱਖਣ ਦੇ ਨਾਲ ਆਸਤਾ ਬਾਅਦ ਅੱਜ ਅੱਲਾਹ ਤਾਲਾ ਦਾ ਫਜ਼ਲ ਹੈ ਕਿ ਮੇਰੇ ਕੋਲ ਕਾਫੀ ਕੰਮ ਹੈ ਮਾਸ਼ਾਅੱਲਾ। ਤੇ ਖਾਸਾ 3 ਆਫਿਸ ਨੇ ਮੇਰੇ। ਜੀ ਪਲੀਜ਼। ਮੈਂ ਕਿਹਾ 3 ਆਫਿਸ ਨੇ ਮੇਰੇ ਮਾਸ਼ਾਅੱਲਾ ਅੱਲਾਹ ਦੇ ਫਜ਼ਲ ਨਾਲ, ਔਰ ਹੋਟਲ ਨੇ 3 ਹੋਟਲ ਨੇ ਸਾਡੇ M&M ਕੈਟੇ ਜਿਹੜੀ ਹੈ। ਕਿ ਕੋਈ ਲਿਮਿਟਿਡ ਕੰਪਨੀ ਬਣਾਈ ਦੀ ਤੁਸੀਂ ਜਾਂ ਕੀ? ਜੀ ਨਾਦੀਸੀ ਮੋਬਿਲੀਅਨ ਜਿਹੜੀ ਹੈ ਇਹ ਸਾਡੀ ਕੰਪਨੀ ਹੈ ਬੜੀ। ਠੀਕ। ਦੂਸਰੀ ਸਾਡੀ ਕੰਪਨੀ ਜਿਹੜੀ M&M ਕੈਟੇ ਹੋਟਲ ਜਿਹੜਾ ਇਹ ਸਾਡੀ ਹੈ, ਇਹ ਰਜਿਸਟਰਡ ਹੈ ਸਾਡੀ। ਅੱਛਾ, ਇਹ ਸਾਡਾ ਅੱਗੇ ਮੁਸਤਕਬਲ ਚ ਪਲਾਨ ਹੈ ਕਿ ਇਨਸ਼ਾਅੱਲਾ। ਖਾਸਾ ਵੀ ਗੇਮ ਵੀ ਹਾਂ ਚੱਲ ਜਾਂਦੀ ਹੈ? ਨਹੀਂ, ਉਹਦਾ ਇਹ ਕਿ ਆਪੂ ਕਰਨਾ ਹੁੰਦਾ, GBR ਕਰ ਜੋ, ਗੇਮ ਵੀ ਹਾਂ ਕਰ ਲੋ ਜਾਂ ਇਕੱਲੇ ਤੁਸੀਂ ਰੱਖੋ। ਠੀਕ। ਉਹਦਾ ਉਹ ਕੋਈ ਨਹੀਂ, ਕਿਉਂਕਿ ਜਿਹੜਾ ਮੇਰੇ ਨੇ ਬੜੇ ਬੇਟੇ ਨੇ ਉਹ ਮਾਸ਼ਾਅੱਲਾ ਇੱਥੇ ਦੇ ਜਿਹੜਾ ਇਨਕਮ ਟੈਕਸ ਅਫੀਸਰ ਨੇ, ਇਸ ਵੇਲੇ ਜਿਹੜਾ ਉਹ ਮੇਰੇ ਕੋਲ ਇੱਥੇ ਹੀ ਨੇ, ਆਪਣਾ ਬਿਜ਼ਨਸ ਉਹ ਕਰ ਰਹੇ ਨੇ ਨਾਲ ਮੇਰੇ। ਨਹੀਂ, ਉਹ ਗਵਰਨਮੈਂਟ ਦੀ ਜੌਬ ਨਾਲ ਕਰ ਰਹੇ ਨੇ? ਨਹੀਂ, ਗਵਰਨਮੈਂਟ ਦੀ ਜੌਬ ਨੂੰ ਜਿਹੜਾ ਫਿਲਹਾਲ ਜਵਾਬ ਦੇ ਦਿੱਤਾ ਮੈਂ। ਪਹਿਲੇ ਉਹਨਾਂ 6 ਸਾਲ ਕੀਤਾ, ਬਥਰੀਪਸ ਪਰਫਾਰਮ ਕਰਦੇ ਸੀ ਇੱਥੇ। ਠੀਕ। ਜਰਮਨੀ ਚ। ਜ਼ਬਰਦਸਤ। ਹੁਣ ਆਪਣਾ ਹੀ ਕਰ ਰਹੇ ਨੇ, ਆਪਣੇ ਆਫਿਸ ਜਿਹੜੇ ਨੇ ਉਹਨਾਂ ਨੂੰ ਹੈਂਡਲ ਕਰ ਰਹੇ ਨੇ ਸ਼ਫੀਰਾ। ਅੱਛਾ ਠੀਕ, ਮਾਸ਼ਾਅੱਲਾ। ਜੀ। ਅੱਛਾ ਖਾਸਾ ਵੀ ਇੱਕ ਬ੍ਰੇਕ ਦਾ ਟਾਈਮ ਹੈ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਪਸ਼ਪ ਹੁੰਦੀ ਹੈ। ਜੀ ਬਿਲਕੁਲ। ਇੱਕ ਸ਼ਾਰਟ ਬ੍ਰੇਕ ਤੇ ਜੁੜੇ ਰਹੋ ਨਾਈਨ ਬ੍ਰਦਰਜ਼ ਟੀਵੀ ਦੇ ਨਾਲ। ਦੁਬਾਰਾ ਮੁਬਾਰਕ ਜਵੇਦ ਤੇ ਮਹਿਦੀ ਖਾਨ ਸਾਹਿਬ ਹਾਜ਼ਰ ਹੁੰਦੇ ਨੇ। ਬ੍ਰੇਕ ਤੋਂ ਬਾਅਦ ਮੁਬਾਰਕ ਜਵੇਦ ਤੇ ਹੈਮਬਰਗ ਹਾਰਬਰਗ ਤੋਂ ਸਾਡੇ ਨਾਲ ਮਹਿਦੀ ਖਾਨ ਮਲਕ ਸਾਹਿਬ ਨੇ। ਚੱਲਨੇ ਦੁਬਾਰਾ ਉਹਨਾਂ ਨਾਲ। ਖਾਨ ਸਾਹਿਬ, ਤੁਸੀਂ ਆਪਣਾ ਬਿਜ਼ਨਸ ਕਰ ਰਹੇ ਜੇ, ਜਿਹਦੇ ਵਿੱਚ ਦੱਸਿਆ ਤੁਹਾਡੇ ਹੋਟਲ ਵਗੈਰਾ ਵੀ ਨੇ। ਅੱਜ ਕੱਲ੍ਹ ਕਿਉਂਕਿ ਕਰੋਨਾ ਵਾਇਰਸ ਦੀ ਵਜ੍ਹਾ ਤੋਂ ਲੋਕ ਜ਼ਾਹਰ ਹੈ ਘੱਟ ਆ ਰਹੇ ਨੇ, ਬਿਲਕੁਲ ਬੰਦ ਹੈ ਹਰ ਚੀਜ਼। ਉਹਦੇ ਨਾਲ ਤੁਹਾਨੂੰ ਪਿਛਲੇ 2 ਮਹੀਨੇ 'ਚ ਕੀ ਨੁਕਸਾਨ ਹੋਇਆ?
ਇਹਦਾ ਚ ਕਾਫੀ ਫਰਕ ਜੇ ਬਾਰਕ ਸਾਹਿਬ ਕੰਮ ਤੇ ਕਾਫੀ ਘੱਟ ਹੈ, ਲੇਕਿਨ ਬਾਜ਼ ਅੱਲਾਹ ਤਾਲਾ ਦਾ ਫਜ਼ਲ ਹੈ ਜੀ ਜੀ ਕਿ ਸਾਡੇ ਜਗ੍ਹਾ ਦੇ ਉੱਤੇ, ਕਿਉਂਕਿ ਇਹਨਾਂ ਰੱਖਿਆ ਸੀ ਕਿ 100 ਤੋਂ ਜ਼ਿਆਦਾ ਜਿਹੜੇ ਜਗ੍ਹਾ ਤੇ ਬੰਦੇ ਆ ਸਕਦੇ ਨੇ, ਉੱਥੇ ਥੋੜੇ ਆਫ ਲਾਗ ਦੇ ਨਾਲ ਅਸੀਂ ਬੰਦੇ ਰੱਖ ਸਕਦੇ ਸੀ। ਠੀਕ। ਉਹ ਇਹ ਸੀ ਕਿ ਮਤਲਬ ਕਿ ਵੈਰਪਲਿਸ਼ ਕੁੰਡਾ ਜਿਹੜੇ ਨੇ ਜਰਮਨੀ ਦੇ ਅੰਦਰ ਜਿਹੜੇ ਕੰਮ ਵਾਲੇ ਬੰਦੇ ਆਉਂਦੇ ਨੇ, ਉਹਨਾਂ ਨੂੰ ਬਗੈਰ ਕਿਸੇ ਕੰਟੈਕਟ ਤੋਂ ਜੀ ਜੀ ਤੁਸੀਂ ਰੱਖ ਸਕਦੇ ਹੋ। ਉਹ ਅਸੀਂ ਇਹ ਫਿਰ ਕੀਤਾ ਸੀ ਸਿਸਟਮ ਕੇ ਬਾਹਰ, ਹੋਟਲਾਂ ਦੇ ਬਾਹਰ ਅਸੀਂ ਸੇਫ ਸਿਸਟਮ ਕਰ ਦਿੱਤਾ ਸੀ ਆਪਣਾ। ਠੀਕ। ਪਿੰਨ ਕੋਡ ਆਪਣਾ ਦੇ ਬੰਦਾ ਆ ਕੇ, ਔਰ ਚਾਬੀ ਉਹਨੂੰ ਉੱਥੋਂ ਮਿਲ ਜਾਏਗੀ। ਠੀਕ। ਤੇ ਪੇ ਸਿਸਟਮ ਇਹ ਸੀ ਕਿ ਜਿਹੜਾ ਆਨਲਾਈਨ ਪੇ ਕਰ ਦਿਓ, ਉਹ ਉਸ ਵੇਲੇ ਫਿਰ ਅਰੇਂਜਮੈਂਟ ਹੋ ਜਾਂਦਾ। ਲੇਕਿਨ ਇਹ ਕਿ ਕੰਮ ਜਿਹੜਾ ਤਕਰੀਬਨ 70% ਕੰਮ ਸੀ 2 ਮਹੀਨੇ। 70% ਖਤਮ ਹੋ ਗਿਆ ਸੀ ਜਾਂ ਘੱਟ ਗਿਆ? 70% ਕੰਮ ਬਿਲਕੁਲ ਘੱਟ ਹੋ ਗਿਆ ਸੀ। ਇਸ ਵੇਲੇ ਵੀ ਕੰਮ ਜਿਹੜਾ ਨਾਰਮਲ ਹੋਟਲ ਬੰਦ ਨੇ ਅੰਮ੍ਰਿਤਸਰ ਦੇ ਵਿੱਚ, ਜੀ ਜੀ, ਔਰ ਸਾਡੇ ਇੱਕ ਹੋਟਲ ਦੇ ਵਿੱਚ ਕੰਮ ਬਹੁਤ ਅੱਛਾ ਹੈ ਔਰ ਇੱਕ ਦੇ ਵਿੱਚ ਕੰਮ ਘੱਟ ਹੈ। ਮਤਲਬ ਇਹ ਬੰਦੇ ਜਿਹੜੇ ਨੇ ਉਮੀਦ ਹੈ ਕਿ ਅਗਲੇ 1-2 ਹਫ਼ਤੇ ਦੇ ਅੰਦਰ ਸ਼ੁਰੂ ਹੋ ਜਾਏਗਾ ਇਹ। ਅੱਛਾ, ਇਹ ਤੁਸੀਂ ਉਮੀਦ ਰੱਖ ਰਹੇ ਜੇ ਕਿ ਆਹਿਸਤਾ ਆਹਿਸਤਾ ਜੀ ਬਿਹਤਰੀ ਜੀ ਜਾ ਰਿਹਾ? ਜੀ ਜੀ ਲੇਕਿਨ ਜੀ ਇਹਦੇ ਨਾਲ ਖਾਸਾ ਬਿਹਤਰ ਤੇ ਹੋ ਜਾਏਗਾ, ਲੋਕੀ ਸਫਰ ਕਰਨਗੇ ਤੇ ਫੇਰ ਹੀ ਜ਼ਿਆਦਾ ਫਾਇਦਾ ਹੋਏਗਾ ਨਾ। ਜੀ ਬਿਲਕੁਲ ਬਿਲਕੁਲ। ਨਹੀਂ, ਸਾਡੇ ਕੋਲ 2 ਕਿਸਮ ਦੇ ਗਾਹਕ ਨੇ। ਸਾਡੇ ਕੋਲ 50% ਐਸੇ ਗਾਹਕ ਨੇ ਕਿ ਜਿਹੜੇ ਜਰਮਨੀ ਦੇ ਮੁਖਤਲਿਫ ਹਿੱਸਿਆਂ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਸੈਟਲ ਹੋਣੇ ਦਾ ਜਾਂ ਨਾਲ ਕੰਮ ਕਰਨ ਦਾ ਉਹਨਾਂ ਦਾ ਸਿਸਟਮ ਹੁੰਦਾ, ਵੱਡੀਆਂ ਫਰਮਾਂ ਜਿਹੜੀਆਂ ਨੇ। ਅੱਛਾ, ਉਹਦੇ ਚ ਇੱਕ ਚੀਜ਼ ਮੈਨੂੰ ਦੱਸਣਾ ਕਿ ਤੁਸੀਂ ਕਿਹਾ ਪ੍ਰਾਈਸ ਦਾ ਕੋਈ ਉਹਦੇ ਚ ਤੁਹਾਨੂੰ ਜਿਹੜੇ ਕਮਰੇ ਦਾ ਕਿਰਾਇਆ ਸੀ ਉਹ ਘਟਾਣਾ ਪਿਆ ਹੁਣ? ਨਹੀਂ, ਸਾਡੇ ਪ੍ਰਾਈਸ ਤੋਂ ਵੀ ਚੱਲ ਰਹੀਆਂ ਆਲਰੇਡੀ। ਅਸੀਂ ਪ੍ਰਾਈਸ ਕੋਈ ਘੱਟ ਕੀਤੀਆਂ। ਅੱਛਾ, ਉਹੀ ਰਹਿਣ ਦਿੱਤੀਆਂ ਤੁਸੀਂ? ਜੀ ਜੀ, ਸਾਡੀਆਂ ਬਿਲਕੁਲ ਜਿਹੜੀਆਂ ਪ੍ਰਾਈਸ ਨੇ ਇੰਟਰਨੈਟ ਦੇ ਉੱਤੇ ਨੇ, ਆਨਲਾਈਨ ਅਵੇਲੇਬਲ ਹੈ ਸਾਰਾ ਕੁਝ। ਠੀਕ। ਉਹ ਫਿਲਹਾਲ ਸਾਡੀ ਉਹ ਪ੍ਰਾਈਸ ਚੱਲ ਰਹੀ ਹੈ ਅੱਲਾਹ ਫਜ਼ਲ ਨਾਲ। ਠੀਕ ਠੀਕ। ਐਸੇ ਕੰਮ ਜਿਹੜਾ ਤਕਰੀਬਨ 60 ਤੋਂ 70% ਜਿਹੜਾ ਉਹ ਬੁਕਿੰਗਸ ਹੈ ਨੇ। ਠੀਕ। ਅੱਛਾ, ਇੱਕ ਚੀਜ਼ ਦੱਸੋ ਕਿ ਜਿਹੜੇ ਸਾਡੇ ਨੌਜਵਾਨ ਨੇ ਅੱਜ ਕੱਲ, ਉਹ ਵੀ ਤੁਸੀਂ ਜੀ। ਦੇਖ ਰਹੇ ਜੇ ਕਿ ਆਪਣੇ ਪਾਕਿਸਤਾਨੀ ਜਿਹੜੇ ਨੇ ਉਹ ਵੀ ਪ੍ਰਾਪਰਟੀ ਸ਼ਰਾਪਟੀ ਦੇ ਕੰਮ 'ਚ ਆ ਰਹੇ ਨੇ ਔਰ ਖਰੀਦਦਾਰੀ ਕਰ ਰਹੇ ਨੇ? ਕੋਈ ਨਜ਼ਰ ਆ ਰਹੇ ਹਾਲਾਤ ਪਿਛਲੇ 20-30 ਸਾਲ ਨਾਲੋਂ ਕੋਈ ਚੇਂਜਿੰਗ ਆਈ ਹੈ? ਨਹੀਂ, ਉਹ ਇਹ ਵਜ੍ਹਾ ਹੈ ਕਿ ਸਾਡੇ ਜਿਹੜੇ ਨੇ ਅਕਸਰੀਅਤ ਜਿਹੜੇ ਪਹਿਲੇ ਬੰਦੇ ਆਸੀ ਆਏ ਸੀ ਉਸ ਵੇਲੇ 36 ਸਾਲ ਜਾਂ 40 ਸਾਲ ਪਹਿਲਾਂ ਜੀ, ਉਹਨਾਂ ਦੇ ਵਿੱਚ ਵੀ ਬਹੁਤ ਕਮ ਬੰਦੇ ਐਸੇ ਆਏ ਨੇ ਜਿਹੜੇ ਅੱਗੇ ਬਿਜ਼ਨਸ ਦੇ ਵਿੱਚ ਆਏ ਨੇ। ਔਰ ਪ੍ਰਾਪਰਟੀ ਦੇ ਵਿੱਚ ਤਾਂ ਬਿਲਕੁਲ ਮੇਰਾ ਖਿਆਲ ਹੈ ਕਿ ਚੰਦ ਦੀ ਬੰਦੇ ਹੁੰਦੇ। ਆਪਣਾ ਜ਼ਾਤੀ ਸਿਰਫ ਹਾਊਸ ਖਰੀਦਣ ਤੱਕ ਕਾਫੀ ਨੇ ਮਾਸ਼ਾਅੱਲਾ। ਅੱਛਾ। ਲੇਕਿਨ ਪ੍ਰਾਪਰਟੀ ਜਿਸ ਤਰ੍ਹਾਂ ਮੈਂ ਇੱਕ ਮਤਲਬ ਕਿ ਬਿਜ਼ਨਸ ਦਾ ਨਜ਼ਰ ਨਾ ਕਰ ਰਿਹਾ, ਉਸ ਤਰ੍ਹਾਂ ਘੱਟ ਨੇ ਬੰਦੇ, ਬਹੁਤ ਘੱਟ ਗਿਆ ਹੈ ਉਹਦਾ ਮਸਲਾ। ਜੀ ਜੀ, ਉਹਦਾ ਮੁਬਾਰਕ ਸਾਹਿਬ ਮਸਲਾ ਇਹ ਜੇ ਕਿ ਬੰਦੇ ਸਾਡੇ ਜਿਹੜੇ ਨੇ ਉਹ ਸੋਸ਼ਲ ਹੈਲਪ ਜਿਹੜੀ ਮਿਲਦੀ ਹੈ ਉਹਦੇ ਉੱਤੇ ਹੀ ਬੈਠੇ ਨੇ ਅਕਸਰੀਅਤ। ਲੇਕਿਨ ਜਿਹੜੀ ਨਵੀਂ ਨਸਲ ਖਾਸਾ ਬਹੁਤ ਤੇ ਮੇਰਾ ਖਿਆਲ ਚੇਂਜ ਨਹੀਂ ਹੋਗੀ ਕਾਫੀ? ਉਹ ਕਾਫੀ ਫਰਕ ਪਿਆ ਹੈ, ਲੇਕਿਨ ਇਹ ਕਿ ਉਹਦੇ ਵਾਸਤੇ ਤੁਹਾਨੂੰ ਪੈਸਾ ਤੇ ਚਾਹੀਦਾ ਨਾ ਸਟਾਰਟ ਵਾਸਤੇ। ਜੀ ਜੀ, ਥੋੜਾ ਜਿਹਾ ਟਾਈਮ ਲੱਗੇਗਾ ਉਹਨਾਂ ਨੂੰ, ਨਵੀਂ ਨਸਲ ਨੂੰ। ਤੇ ਉਹਨਾਂ ਦੀ ਇੰਟਰਸਟ ਵੈਸੇ ਮੈਂ ਇਹ ਦੇਖੀ ਹੈ ਕਿ ਅਕਸਰੀਅਤ ਜਿਹੜੀ ਉਹਨਾਂ ਦੀ, ਉਹ ਬੱਚੇ ਜਿਹੜੇ ਨਵੀਂ ਨਸਲ ਹੈ ਉਹ ਦਫ਼ਤਰਾਂ ਦੇ ਵਿੱਚ ਜਾਂ ਅੱਗੇ ਪਿੱਛੇ ਦੂਸਰਾ ਹੀ ਕੰਮ ਕਰ ਰਹੇ ਨੇ, ਬਿਜ਼ਨਸ ਘੱਟ ਹੈ। ਠੀਕ। ਲੇਕਿਨ ਇੱਕ ਚੀਜ਼ ਦੱਸਣਾ ਮੈਨੂੰ ਹੋਰ ਕਿ ਤੁਸੀਂ ਕਿਹਾ ਆਪਣੇ ਲੋਕ ਕਾਫੀ ਮਕਾਨ ਖਰੀਦ ਰਹੇ ਨੇ। ਅਗਰ ਤੁਸੀਂ ਪਿੱਛੇ ਦੇਖੋ ਜਾ ਕੇ 20-30 ਸਾਲ, ਤੇ ਉਦੋਂ ਇੰਨਾ ਰੁਝਾਨ ਨਹੀਂ ਸੀ ਹੈਗਾ ਨਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਬਜਾਏ ਤੁਹਾਡੀ ਗੱਲ। ਐਸੇ ਅੰਮ੍ਰਿਤਸਰ ਦੇ ਵਿੱਚ ਬਹੁਤ ਬੰਦੇ ਨੇ ਜਿਨ੍ਹਾਂ ਕੋਲ ਜ਼ਾਤੀ ਆਪਣੇ ਮਕਾਨ ਨੇ। ਠੀਕ। ਅੱਛਾ, ਇਹਦੇ 'ਚ ਇਹ ਵੀ ਹੋ ਸਕਦਾ ਜਿਹੜਾ ਤੁਸੀਂ ਕਿਹਾ ਕਿ ਲੋਕ ਬੈਨੀਫਿਟ ਲੈਂਦੇ ਨੇ ਉੱਥੇ, ਜਿਹੜੇ ਲੈਂਦੇ ਸੀ ਉਹਦੇ 'ਚ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਉਹ ਪੈਸਾ ਫਿਰ ਜਦੋਂ ਤੁਸੀਂ ਇਨਵੈਸਟ ਕਿਤੇ ਕਰਨਾ ਵਾ ਤੇ ਉਹ ਵੀ ਪ੍ਰੋਬਲਮ ਹੋ ਜਾਂਦੀ ਹੈ ਨਾ, ਕਿਉਂਕਿ ਉਹ ਇਨਕਮ ਟੈਕਸ ਵਾਲੇ ਫਿਰ ਤੁਹਾਨੂੰ ਦੇਖਣਗੇ ਨਾ ਕਿ ਕਿੱਥੋਂ ਤੁਸੀਂ ਪੈਸੇ ਲਏ ਨੇ ਮਕਾਨ ਖਰੀਦਣ ਵਾਸਤੇ। ਬਿਲਕੁਲ। ਉਹ ਤੇ ਦਿੰਦੇ ਨੇ ਖਾਣ ਵਾਸਤੇ, ਮਤਲਬ ਕਿ ਲੇਬਨ ਸੁੰਡਾ ਹਲਟ ਜਿਹੜਾ ਇਹਨਾਂ ਦਾ। ਜੀ ਜੀ। ਲੇਕਿਨ ਇਹਦੇ 'ਚ ਇੱਕ ਤੁਸੀਂ ਗੱਲ ਛੇੜੀ ਤੇ ਮੈਂ ਕਿਹਾ ਖੁੱਲ ਕੇ ਜ਼ਰਾ ਗੱਲ ਕਰਾਂ, ਜਿਹੜੇ ਨਵੇਂ ਹਾਲਾਤ ਜਾ ਰਹੇ ਉਹਦੇ ਮੁਤਾਬਕ ਥੋੜਾ ਜਿਹਾ ਛੱਡ ਨਹੀਂ ਰਹੇ ਲੋਕ ਬੈਨੀਫਿਟ ਨੂੰ, ਕਿ ਉਂਝ ਹੀ ਚੱਲ ਰਿਹਾ ਤੁਹਾਡੇ ਖਿਆਲ 'ਚ? ਜਿਹੜੀ ਨਵੀਂ ਜਨਰੇਸ਼ਨ ਹੈ ਉਹ ਤੇ ਛੋੜ ਰਹੀ ਹੈ, ਉਹ ਤੇ ਕੰਮ ਕਰ ਰਹੇ ਨੇ। ਠੀਕ। ਲੇਕਿਨ ਜਿਹੜੇ ਉਹ ਪੁਰਾਣੇ ਸਨ ਜਿਨ੍ਹਾਂ ਕੋਲ ਬੰਦਿਆਂ ਕੋਲ ਪੈਸੇ ਹੈ ਵੀ ਸੀ, ਹਾਂਜੀ, ਲੇਕਿਨ ਇੱਕ ਬਲੈਕ ਮਨੀ ਕਹਿ ਲਓ ਉਹਨੂੰ, ਜੀ ਜੀ, ਉਹ ਉਹਨਾਂ ਦੇ ਕਿਸ ਕੰਮ ਆਏਗੀ? ਕਿਸੇ ਕੰਮ ਨਹੀਂ ਆਏਗੀ, ਕਿਉਂਕਿ ਜਿਹੜੇ ਵੀ ਉਹਨਾਂ ਕੋਈ ਚੀਜ਼ ਖਰੀਦਣੀ ਹੈ ਤੇ ਇਨਕਮ ਟੈਕਸ ਫਿਨਾਂਸ ਸੰਭਾਲੇ ਉਸੇ ਪੁੱਛ ਲੈਂਦੇ ਉਸ ਟਾਈਮ ਟਰਬਲ ਪੈਸੇ ਕਿੱਥੋਂ ਦੇ? ਜੀ ਜੀ, ਕਿੱਥੋਂ ਨੇ ਪੈਸੇ ਨਾ? ਜੀ, ਇਹਦਾ ਸਬੂਤ ਚਾਹੀਦਾ ਹੈ। ਜੀ ਜੀ। ਖਾਨ ਸਾਹਿਬ, ਇੱਕ ਚੀਜ਼ ਹੋਰ ਦੱਸੋ ਕਿ ਜਦੋਂ ਵੀ ਕੋਈ ਕਾਰੋਬਾਰ ਕਰਨਾ ਚਾਹੇ, ਤੁਹਾਡਾ ਤਜਰਬਾ ਕੀ ਕਹਿੰਦਾ ਕਿ ਬੰਦੇ ਨੂੰ ਰਿਸਕ ਲੈਣਾ ਚਾਹੀਦਾ ਤੇ ਫੇਰ ਹੀ ਤਰੱਕੀ ਹੁੰਦੀ ਹੈ ਨਾ? ਬਿਲਕੁਲ ਬਿਲਕੁਲ, ਰਿਸਕ ਲੈਣਾ ਚਾਹੀਦਾ ਬੰਦੇ ਨੂੰ। ਦੁਆ ਕਰਦੇ ਹਾਂ ਰਿਸਕ ਲੈਣਾ ਚਾਹੀਦਾ, ਬਗੈਰ ਰਿਸਕ ਤੋਂ ਕੋਈ ਨਹੀਂ, ਕੁਝ ਵੀ ਨਹੀਂ ਮਿਲਦਾ।
ਠੀਕ ਠੀਕ, ਕਿਉਂਕਿ ਕੋਈ ਨਾ ਕੋਈ ਅਗਰ ਡਰਦੇ ਰਹੇ ਤਾਂ ਫਿਰ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਨਹੀਂ, ਡਰਨੇ ਨਾਲ ਤੇ ਤੁਹਾਨੂੰ ਪਤਾ ਉਹ ਬਿਲਕੁਲ ਹੀ ਕਾਮਯਾਬ ਬੰਦਾ ਨਹੀਂ ਹੋ ਸਕਦਾ। ਰਿਸਕ ਲੈਣਾ ਚਾਹੀਦਾ, ਦੁਆ ਕਰਦੇ ਹਾਂ ਰਿਸਕ ਲੈਣ। ਮੈਂ ਜ਼ਾਤੀ ਤੌਰ ਤੇ ਹਰ ਇੱਕ ਲਈ ਹਾਜ਼ਰ ਹਾਂ, ਜਿਸ ਦਾ ਦਿਲ ਹੋਏ ਮੇਰੇ ਨਾਲ ਰਾਬਤਾ ਕਰ ਸਕਦਾ। ਫੋਨ ਮੇਰਾ ਤੁਹਾਡੇ ਟੈਲੀਵਿਜ਼ਨ ਤੇ ਆ ਰਿਹਾ ਹੋਏਗਾ। ਹਾਂਜੀ, ਮੈਂ ਦੱਸ ਦਿਆਂਗਾ। ਤੇ ਉਹ ਖਾਨ ਸਾਹਿਬ, ਜਦੋਂ ਤੁਸੀਂ ਫਸਟ ਟਾਈਮ, ਮੈਂ ਉਹੀ ਪਿੱਛੇ ਫਿਰ ਥੋੜਾ ਜਾਣਾ, ਪ੍ਰੋਪਰਟੀ ਇੱਕ ਲਈ ਫਿਰ ਦੂਸਰੀ ਲਈ, ਇਸ ਤਰ੍ਹਾਂ ਫਿਰ ਆਹਿਸਤਾ ਆਹਿਸਤਾ ਤੁਹਾਡਾ ਹੋ ਜਾਂਦਾ, ਪੰਜਾਬੀ ਚ ਹੀ ਕਹਿ ਸਕਦੇ ਕਿ ਝਾਕਾ ਲੱਥ ਗਿਆ ਨਾ, ਝਾਕਾ ਲੈ ਜਾਂਦਾ ਹੈ। ਬਿਲਕੁਲ। ਹਾਂਜੀ ਜੀ ਜੀ, ਬਿਲਕੁਲ ਇਸ ਤਰ੍ਹਾਂ। ਉਹਦੇ ਚ ਤੁਸੀਂ ਕਦੀ ਇਹ ਵੀ ਸੇਧ ਚ ਰੱਖਿਆ ਸੀ ਕਿ ਨੁਕਸਾਨ ਵੀ ਹੋ ਸਕਦਾ? ਬਿਲਕੁਲ। ਠੀਕ। ਸਭ ਤੋਂ ਪਹਿਲਾਂ ਬੰਦਾ ਨੁਕਸਾਨ ਦਾ ਸੋਚਦਾ ਔਰ ਉਸ ਤੋਂ ਬਾਅਦ ਇਹ ਅਗਲਾ। ਲੇਕਿਨ ਅੱਲਾਹ ਤਾਲਾ ਦਾ ਮਾਜ਼ ਫਜ਼ਲ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਮੇਰੇ ਖੁਦਾ ਦੇ ਫਜ਼ਲ ਦੇ ਨਾਲ ਤਲਕਾਤ ਅੱਛੇ ਸੀ ਜਰਮਨ ਬੈਂਕ ਨਾਲ ਔਰ ਦੂਸਰੇ ਬੈਂਕਾਂ ਦੇ ਨਾਲ ਇੱਥੇ। ਉਸ ਵਜ੍ਹਾ ਦੇ ਨਾਲ ਵੀ ਕਾਫੀ ਫਰਕ ਸੀ ਕਿ ਅਕਸਰ ਜਿਹੜਾ ਮੈਂ ਸਟਾਰਟ ਦੇ ਵਿੱਚ ਬਿਜ਼ਨਸ ਸ਼ੁਰੂ ਕੀਤਾ ਸੀ, ਉਹਦੇ ਵਿੱਚ ਤਕਰੀਬਨ 100% ਇਹਨਾਂ ਕੋਲੋਂ ਵੀ ਪੈਸੇ ਲੈਣਾ। ਠੀਕ ਠੀਕ, ਬੈਂਕ ਕੋਲੋਂ ਹੀ ਲੈਣਾ। ਅੱਛਾ, ਤੁਸੀਂ ਇੱਥੇ ਬਕਾਇਦਾ ਮਾਕਲਰ ਦਾ ਕੀਤਾ ਨਾ ਕੋਰਸ ਵਗੈਰਾ? ਜੀ, ਮੈਂ 2004 ਤੋਂ ਜਿਹੜਾ ਮਾਕਲਰ ਦਾ ਕੀਤਾ ਜੇ ਸਪੈਸ਼ਲ, ਔਰ 2004 ਤੋਂ ਮੈਂ ਮਾਕਲਰ ਦਾ ਕੰਮ ਵੀ ਨਾਲ ਕਰ ਰਿਹਾ। ਅੱਛਾ, ਇਹ ਮੈਂ ਜਰਾ ਇੱਕ ਮਿੰਟ ਦੱਸ ਦਿਆਂ ਕਿ ਪ੍ਰਾਪਰਟੀ ਡੀਲਰ ਦਾ ਬਕਾਇਦਾ ਜਰਮਨੀ 'ਚ ਕੋਰਸ ਹੁੰਦਾ, ਉਹਦੇ ਬਗੈਰ ਤੁਸੀਂ ਉੱਥੇ ਬਿਜ਼ਨਸ ਨਹੀਂ ਕਰ ਸਕਦੇ। ਤੇ ਖਾਨ ਸਾਹਿਬ, ਇਹਦੇ 'ਚ ਕਾਫੀ ਮਿਹਨਤ ਕਰਨੀ ਪਈ ਤੁਹਾਨੂੰ? ਕੋਰਸ ਵਿੱਚ ਤੇ ਇਤਨੀ ਵੱਡੀ ਮਿਹਨਤ ਕੋਈ ਨਹੀਂ ਸੀ, ਲੇਕਿਨ ਇਹ ਵੀ ਕਿ ਅਗਲਾ ਜਿਹੜਾ ਸੀ, ਮੇਰੀ ਇਹ ਸੋਚ ਸੀ ਕਿ ਆਪਣਾ ਬਿਜ਼ਨਸ ਜਿਹੜਾ ਕਿਧਰੇ ਕੰਮ ਕਰਨ ਨੂੰ ਜਾਂ ਕਿਸੇ ਕੋਲ ਕੰਮ ਕਰਨ ਨੂੰ ਬਿਹਤਰ ਹੈ ਕਿ ਆਪਣਾ ਬਿਜ਼ਨਸ ਨੂੰ ਜਿਹੜਾ ਸਟੇਬਲ ਕੀਤਾ ਜਾਏ। ਤਾਂ ਫਿਰ ਉਸ ਵਜ੍ਹਾ ਨਾਲ ਕਿ ਮੈਂ ਸਿਰਫ ਆਪਣੇ ਵਾਸਤੇ ਟਾਈਮ ਜ਼ਿਆਦਾ ਹੁੰਦਾ ਸੀ। ਕਿਸੇ ਨੂੰ ਟਾਈਮ ਅਗਰ ਕੋਈ ਮੇਰੇ ਦੋਸਤ ਆਉਂਦੇ ਸੀ ਤਾਂ ਮੈਂ ਬਗੈਰ ਕਿਸੇ ਪੇ ਤੋਂ ਉਹਨਾਂ ਨੂੰ ਜਿਹੜਾ ਬਿਰਾਟੋਂ ਕਰ ਰਿਹਾ ਸੀ। ਅੱਛਾ, ਇਹ ਵੀ ਮੈਂ ਬਗੈਰ ਪੇ ਤੋਂ ਹੀ ਕਰ ਰਿਹਾ। ਠੀਕ। ਨਾਰਮਲ ਇਹਦੀ ਫੀਸ ਹੁੰਦੀ ਹੈ ਕਿ ਅਗਰ ਕੋਈ ਦੋਸਤ, ਜੀ ਜੀ, ਨਾਰਮਲ ਫੀਸ ਹੈ ਜੀ 80 ਘੰਟੇ ਦਾ, ਜਿਹੜਾ ਸਾਡੀ ਫੀਸ ਹੈ 150 ਯੂਰੋ। ਅੱਛਾ, ਜੀ ਜੀ। ਉਹਦੇ ਜਦੋਂ ਅਸੀਂ ਇਹ ਕਿ ਆਪਣਾ ਕੋਈ ਵੀ ਅਹਿਮਦੀ ਆਉਂਦਾ, ਮੇਰੇ ਕੋਲ ਕੋਈ ਅਹਿਮਦੀ ਅਜ਼ੀਜ਼ ਆਉਂਦਾ ਜਾਂ ਯਾਰ ਦੋਸਤ ਆਉਂਦੇ ਨੇ, ਤਾਂ ਉਹਨਾਂ ਨੂੰ ਸਾਰਾ ਜਿੰਨਾ ਮੈਨੂੰ ਪਤਾ ਹੈ ਮੈਂ ਉਹਨਾਂ ਨੂੰ ਸਾਰਾ ਦੱਸ ਦਿੰਦਾ ਕਿ ਖਰੀਦੀ ਜਾ ਸਕਦਾ ਸਾਰਾ ਕੁਝ। ਅੱਛਾ, ਇਹਦੇ ਚ ਅਗਰ ਉਹ ਕਹਿਣ ਕਿ ਸਾਨੂੰ ਖਰੀਦ ਦਿਓ, ਜੀ ਬਰਖਾ, ਮੈਂ ਕਿਹਾ ਕਿ ਅਗਰ ਉਹ ਕਹਿਣ ਸਾਨੂੰ ਖਰੀਦ ਕੇ ਵੀ ਦਿਓ ਤੇ ਮੈਂ ਉਹਦੀ ਵੀ ਹੈਲਪ ਕਰਨ ਨੂੰ ਤਿਆਰ ਹਾਂ ਨਾਲ। ਉਹਦਾ ਅਸੀਂ 6.5% ਲੈਨੇ ਆ। ਅਗਰ ਕੋਈ ਆਪਣਾ ਅਜ਼ੀਜ਼ ਹੈ ਤਾਂ ਫਿਰ ਠੀਕ, ਉਹਦੇ ਨਾਲ ਥੋੜੀ ਪ੍ਰਾਈਸ ਘੱਟ ਵੀ ਕਰ ਲਈਦੀ। ਅੱਛਾ, ਉਹਦੇ ਚ ਇਹ ਨਾ ਹੈ ਕਿ ਕੋਈ ਨਾ ਕੋਈ ਘੱਟ ਵੱਧ ਕਰਕੇ, ਕਿਉਂਕਿ ਜੀ ਆਪਣਾ ਉਹਦੇ ਨਾਲ ਘੱਟ ਕਰ ਲਈਦੀ ਕੋਈ ਨਹੀਂ। ਅੱਛਾ ਅੱਛਾ, ਤੇ ਸਾਡੇ ਕੋਲ ਕਾਫੀ ਆਪਣੇ ਪਾਕਿਸਤਾਨੀ ਆਉਂਦੇ ਰਹਿੰਦੇ ਨੇ? ਨਹੀਂ, ਪਾਕਿਸਤਾਨੀ ਤੇ ਘੱਟ ਨੇ, ਦੂਸਰੇ ਜ਼ਿਆਦਾ ਨੇ, ਜਰਮਨ ਨੇ ਔਰ ਦੂਸਰੇ ਮੁਲਕਾਂ ਦੇ ਕਾਫੀ ਦੋਸਤ। ਜਰਮਨ ਦਾ ਤੁਸੀਂ ਜ਼ਿਕਰ ਕੀਤਾ, ਤੇ ਜਰਮਨ ਜ਼ਬਾਨ ਤੁਸੀਂ ਕਿਸੇ ਸਕੂਲ 'ਚ ਜਾ ਕੇ ਇੱਥੇ ਸਿੱਖੀ? ਹਾਂ ਸਰ, ਮੈਂ ਇੱਥੇ ਜਿਹੜੇ ਆਇਆ ਸੀ ਉਸ ਵੇਲੇ ਥੋੜੇ ਟਾਈਮ ਮੈਂ ਸਕੂਲ ਗਿਆ ਵਾਂ। ਠੀਕ। ਵੈਸੇ ਉਸ ਤਰ੍ਹਾਂ ਸਕੂਲ ਨੇ, ਜਰਮਨ ਜ਼ਬਾਨ ਵਾਲੇ ਸਕੂਲ ਹੀ। ਦੂਸਰੀ ਇਹ ਕਿ ਇੱਥੇ ਕਦੇ ਜਿਵੇਂ ਰਾਹ ਪਵੇ ਜਾਂ ਵਾਹ ਪਵੇ ਫਿਰ ਸਮਝ ਆ ਜਾਂਦੀ ਹੈ। ਜ਼ਬਾਨ ਦਾ ਹੀ ਉਹ ਸਿਸਟਮ ਹੈ, ਤੁਹਾਨੂੰ ਪਤਾ ਹੈ। ਦੂਸਰਾ ਇਹ ਕਿ ਮੈਂ ਫਿਰ 93 ਦੇ ਵਿੱਚ ਇੱਥੇ ਜਿਹੜਾ ਅਸਾਈਲਮ ਵਾਲੇ ਆਉਂਦੇ ਸੀ, ਉਹਨਾਂ ਦਾ ਫਿਰ ਮੈਂ ਕੰਮ ਕੀਤਾ 3 ਸਾਲ। ਉੱਥੇ ਮੈਂ ਆਫਿਸ ਦੇ ਵਿੱਚ ਕੰਮ ਕੀਤਾ। ਉੱਥੇ ਫਿਰ ਇੱਕ ਨਾਲ ਜ਼ਬਾਨ ਵੀ ਫਿਰ ਲਾਜ਼ਮੀ ਸੀ ਸਿੱਖਣਾ। ਜੀ ਜੀ। ਖਾਨ ਸਾਹਿਬ, ਇਹ ਜਦੋਂ ਤੁਸੀਂ ਉੱਥੇ ਮਾਕਲਰ ਦਾ ਪ੍ਰਾਪਰਟੀ ਡੀਲਰ ਦਾ ਕੋਰਸ ਕੀਤਾ, ਜ਼ਾਹਰ ਉੱਥੇ ਤੇ ਸਹੀ ਤੁਹਾਨੂੰ ਜ਼ਬਾਨ ਦਾ ਆਂਦੀ ਹੋਏ ਤੇ ਤੁਸੀਂ? ਜੀ ਜੀ। ਵੈਸੇ ਤੇ ਮੁਸ਼ਕਿਲ ਹੈ ਨਾ? ਜੀ ਬਿਲਕੁਲ ਸਹੀ ਹੈ। ਸਾਡੇ ਪਾਕਿਸਤਾਨੀ ਕਿੰਨੇ ਕੁ ਲੋਕ ਇਸ ਪਾਸੇ ਨੇ? ਇੱਕ ਸਾਡੇ ਨਾਲ ਨਦੀਮ ਖਾਨ ਸਾਹਿਬ ਹੁੰਦੇ ਨੇ, ਉਹ ਵੀ ਫਰੈਂਕਫਰਟ ਤੋਂ ਸਾਡਾ ਪ੍ਰੋਗਰਾਮ ਕਰਦੇ ਨੇ। ਕਿੰਨੇ ਕੁ ਲੋਕਾਂ ਦਾ ਰੁਝਾਨ ਇੱਧਰ? ਜੀ, ਅੰਬਰ ਦੇ ਵਿੱਚ ਮੇਰੇ ਖਿਆਲ 3-4 ਦੋਸਤ ਹੋਣੇ ਨੇ ਜਿਹੜਾ ਇਸ ਤਰ੍ਹਾਂ ਬਿਜ਼ਨਸ ਦੀ ਨਜ਼ਰ ਨਾਲ ਕਰ ਰਹੇ ਨੇ। ਦੂਸਰਿਆਂ ਦੇ ਆਪਣੇ ਜ਼ਾਤੀ ਮਕਾਨ ਨੇ, ਬਸ ਉੱਥੇ ਤੱਕ ਹੀ ਨੇ। ਜੀ ਜੀ, ਉਸ ਤੱਕ ਨੇ। ਠੀਕ ਠੀਕ। ਖਾਨ ਸਾਹਿਬ, ਪ੍ਰੋਗਰਾਮ ਦਾ ਟਾਈਮ ਖਤਮ ਹੋ ਰਿਹਾ, ਤੁਸੀਂ ਕੋਈ ਮੈਸੇਜ ਦੇਣਾ ਚਾਹੋ ਸਾਡੇ ਨਾਜ਼ਰੀਨ ਨੂੰ? ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਦੇਣਾ। ਅੱਲਾਹ ਤਾਲਾ ਤੁਹਾਡਾ ਜਿਹੜਾ ਤੁਸੀਂ ਚੈਨਲ ਸ਼ੁਰੂ ਕੀਤਾ ਹੈ, ਦਿਨ ਦੁਗਣੀ ਰਾਤ ਚੁਗਣੀ, ਅੱਲਾਹ ਤਾਲਾ ਤਰੱਕੀ ਦੇ ਤੁਹਾਨੂੰ। ਬਹੁਤ ਸ਼ੁਕਰੀਆ। ਔਰ ਬੜੀ ਖੁਸ਼ੀ ਹੋਈ ਹੈ। ਸਾਡੇ ਕਿਸੇ ਵੀ ਕਿਸਮ ਦੀ ਮਦਦ ਦੀ ਜ਼ਰੂਰਤ ਹੈ, ਅਸੀਂ ਇਨਸ਼ਾਅੱਲਾ ਹਾਜ਼ਰ ਹਾਂ। ਬਹੁਤ ਸ਼ੁਕਰੀਆ। ਸਾਡਾ ਪ੍ਰੋਗਰਾਮ ਸਾਡੇ ਦੇਖਦੇ ਤੁਸੀਂ ਕੈਸੇ ਪਿੱਛੇ ਲੱਗ ਰਹੇ ਤੁਹਾਨੂੰ ਪ੍ਰੋਗਰਾਮ? ਸਾਨੂੰ ਬਹੁਤ ਅੱਛੇ ਲੱਗ ਰਹੇ ਨੇ। ਮੈਂ ਬਕਾਇਦਗੀ ਦੇ ਨਾਲ ਦੇਖਣਾ। ਜਜ਼ਾਕੱਲਾ, ਤੁਸੀਂ ਮੈਨੂੰ ਭੇਜਦੇ ਵੀ ਰਹਿੰਦੇ ਹੋ, ਵੈਸੇ YouTube ਤੇ ਮੈਂ ਦੇਖ ਲੈਣਾ। ਅੱਛਾ ਅੱਛਾ। ਔਰ ਮੈਂ ਅੱਗੇ ਫਾਰਵਰਡ ਵੀ ਕਰਨਾ ਨਾਲ। ਜਜ਼ਾਕੱਲਾ। ਅਸੀਂ ਮਕਸਦ ਇਹ ਸੀ ਜੇ ਤੁਹਾਡਾ ਹੁਣ ਗੱਪਸ਼ਪ ਹੋਈ ਹੈ, ਕਿਸੇ ਨੂੰ ਇਹਦੀ ਇਨਫੋਰਮੇਸ਼ਨ ਮਿਲੇਗੀ। ਇਸ ਚੈਨਲ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਆਪਸ ਦੇ ਵਿੱਚ ਤਲਕਾਤ ਬਣਦੇ ਨੇ, ਇੱਕ ਦੂਜੇ ਦੀ ਗੱਲਬਾਤ ਬੰਦਾ ਸੁਣਦਾ ਵਾ। ਸਾਰਾ ਦਿਨ ਟੀਵੀ ਦੇ ਉੱਤੇ ਸੇਮ ਖਬਰਾਂ ਸੁਣ ਕੇ ਬੰਦੇ ਕਾਫੀ ਪਰੇਸ਼ਾਨ ਹੋ ਜਾਂਦੇ ਨਾ। ਹੁਣ ਤੁਹਾਡੀ ਜਰਾ ਗੱਪਸ਼ਪ ਹੋਈ, ਹਰ ਵੇਲੇ ਹਾਜ਼ਰ ਹਾਂ।
ਹਰ ਵੇਲੇ ਹਾਜ਼ਰ ਹਾਂ ਜੇ ਦਿਲ ਹੋਵੇ ਪ੍ਰੋਗਰਾਮ ਕਰਨ ਵਾਸਤੇ। ਜੀ ਤੁਹਾਡੇ ਕੋਈ ਮਸਲਾ ਨਹੀਂ। ਤੁਹਾਡੇ ਨਾਲ ਗੱਪਸ਼ਪ ਹੋਈ, ਕਦੀ ਕਿਸੇ ਨਾਲ ਕੋਈ ਸੁਣਦਾ ਹੈ, ਫਿਰ ਲੋਕ ਖੁਸ਼ ਹੁੰਦੇ ਨੇ ਦੇਖ ਕੇ ਇੱਕ ਦੂਸਰੇ ਨੂੰ ਕਿ ਸਾਡੇ ਲੋਕਾਂ ਨੇ ਕਿੰਨੀ ਤਰੱਕੀ ਕੀਤੀ ਹੈ। ਬਹੁਤ ਸ਼ੁਕਰੀਆ ਖਾਨ ਸਾਹਿਬ ਤੁਹਾਡਾ ਟਾਈਮ ਦੇਣ ਜੀ। अस्सलाम वालेकुम ਵਾਲਕ ਸਾਹਿਬ। ਨਾਜ਼ਰੀਨ, ਇਹ ਮਹਿਦੀ ਖਾਨ ਮਲਕ ਸਾਹਿਬ ਹਾਰਬਰਗ ਹੈਮਬਰਗ ਤੋਂ ਸੀ ਔਰ ਇਹਨਾਂ ਨਾਲ ਬੜਾ ਅੱਛਾ ਲੱਗਾ ਗੱਲਬਾਤ ਕਰਕੇ। ਤੇ ਮਿਲਾਂਗੇ ਅਗਲੇ ਪ੍ਰੋਗਰਾਮ ਤੇ। ਆਪਣਾ ਖਿਆਲ ਰੱਖਣਾ। 9 ਬ੍ਰਦਰਜ਼ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅੱਲਾਹ ਹਾਫਿਜ਼।